ਹੈਲੋ ਸਟੂਡੈਂਟਸ, ਹੁਣ ਅਸੀਂ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਪੜ੍ਹਦੇ ਹਾਂ ਪ੍ਰਭੂ ਸੱਤਾ ਦਾ ਏਕਾਵਾਦੀ ਸਿਧਾਂਤ। ਠੀਕ ਹੈ ਜੀ, ਜਾਂ ਫਿਰ ਆਸਟਿਨ ਦਾ ਪ੍ਰਭੂ ਸੱਤਾ ਦਾ ਸਿਧਾਂਤ ਕਿ ਪ੍ਰਭੂ ਸੱਤਾ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਜਾਂ ਪ੍ਰਭੂ ਸੱਤਾ ਦਾ ਏਕਾਵਾਦੀ ਸਿਧਾਂਤ ਕੀ ਹੁੰਦਾ ਹੈ। ਅਸੀਂ ਇਹਦੇ ਬਾਰੇ ਅੱਜ ਆਪਣੀ ਕਲਾਸ ਦੇ ਵਿੱਚ ਪੜ੍ਹਨ ਲੱਗੇ ਹਾਂ। ਤਾਂ ਏਕਾਵਾਦੀ ਜਾਂ ਕਾਨੂੰਨੀ ਸਿਧਾਂਤ ਦਾ ਅਰਥ, ਠੀਕ ਹੈ ਜੀ, ਮੀਨਿੰਗ ਆਫ ਮੋਨਿਸਟਿਕ ਔਰ ਲੀਗਲ ਥਿਊਰੀ। ਤਾਂ ਪ੍ਰਭੂ ਸੱਤਾ ਦੇ ਏਕਾਵਾਦੀ ਜਾਂ ਕਾਨੂੰਨੀ ਸਿਧਾਂਤ ਦਾ ਸਧਾਰਨ ਅਰਥ ਇਹ ਹੈ ਕਿ ਪ੍ਰਭੂ ਸੱਤਾ ਇੱਕ ਹੈ ਅਤੇ ਰਾਜ ਤੋਂ ਇਲਾਵਾ ਕਿਸੇ ਦੂਜੀ ਸੰਸਥਾ ਦੇ ਕੋਲ ਪ੍ਰਭੂ ਸੱਤਾ ਨਹੀਂ ਹੋ ਸਕਦੀ। ਤਾਂ ਕਿਸੇ ਵੀ ਸਮਾਜ ਵਿੱਚ ਇੱਕ ਤੋਂ ਵੱਧ ਨਿਸ਼ਚਿਤ ਪ੍ਰਭੂ ਨਹੀਂ ਹੋ ਸਕਦਾ। ਤਾਂ ਪ੍ਰਭੂ ਸੱਤਾ ਨੂੰ ਕਿਸੇ ਵੀ ਅਵਸਥਾ ਦੇ ਵਿੱਚ ਰਾਜ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਰਾਜ ਦੇ ਦੂਜੀਆਂ ਸੰਸਥਾਵਾਂ ਦੇ ਵਿੱਚ ਇਸ ਦੀ ਵੰਡ ਕੀਤੀ ਜਾ ਸਕਦੀ ਹੈ। ਪ੍ਰਭੂ ਸੱਤਾ ਅਵੰਡਵੀ ਹੈ ਅਤੇ ਇਸ ਦੀ ਵੰਡ ਨਾਲ ਕਾਨੂੰਨੀ ਪ੍ਰਭੂ ਦਾ ਅੰਤ ਹੋ ਜੂਗਾ ਅਤੇ ਵੰਡੀ ਹੋਈ ਪ੍ਰਭੂ ਸੱਤਾ ਵਾਲਾ ਰਾਜ ਸਹੀ ਅਰਥਾਂ ਦੇ ਵਿੱਚ ਰਾਜ ਨਹੀਂ ਹੋ ਸਕਦਾ। ਤਾਂ ਕੀ ਹੈ ਫਿਰ, ਜੇ ਅਸੀਂ ਪ੍ਰਭੂ ਸੱਤਾ ਨੂੰ ਵੰਡ ਦਾਂਗੇ ਤਾਂ ਰਾਜ ਸਹੀ ਅਰਥਾਂ ਦੇ ਵਿੱਚ ਰਾਜ ਨਹੀਂ ਰਹੂਗਾ। ਠੀਕ ਹੈ ਜੀ, ਤਾਂ ਫਿਰ ਏਕਾਵਾਦੀ ਸਿਧਾਂਤ ਦੇ ਅਨੁਸਾਰ ਪ੍ਰਭੂ ਸੱਤਾ ਸਰਵਉੱਚ ਕਾਨੂੰਨੀ ਸ਼ਕਤੀ ਹੈ ਅਤੇ ਇਹ ਸ਼ਕਤੀ ਕੇਵਲ ਰਾਜ ਕੋਲ ਹੀ ਹੁੰਦੀ ਹੈ। ਤਾਂ ਰਾਜ ਆਪਣੀ ਇਸ ਸ਼ਕਤੀ ਦੀ ਵਰਤੋਂ ਆਪਣੀ ਕਾਨੂੰਨਾਂ ਦੇ ਦੁਆਰਾ ਕਰਦਾ ਹੈ। ਤਾਂ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਨੂੰ ਰਾਜ ਦੇ ਦੁਆਰਾ ਦੰਡ ਦਿੱਤਾ ਜਾਂਦਾ ਹੈ। ਤਾਂ ਰਾਜ ਦੇ ਕਾਨੂੰਨਾਂ ਦੇ ਪਿੱਛੇ ਰਾਜ ਦੀ ਪ੍ਰਭੂ ਸੱਤਾ ਹੁੰਦੀ ਹੈ। ਠੀਕ ਹੈ ਜੀ, ਵੀ ਰਾਜ ਦੇ ਜਿਹੜੇ ਵੀ ਕਾਨੂੰਨ ਚੱਲਦੇ ਆ ਰਾਜ ਦੇ ਵਿੱਚ, ਤਾਂ ਉਹਨਾਂ ਦੇ ਪਿੱਛੇ ਵੀ ਰਾਜ ਦੀ ਪ੍ਰਭੂ ਸੱਤਾ ਕੰਮ ਕਰ ਰਹੀ ਹੁੰਦੀ ਹੈ। ਤਾਂ ਸੰਖੇਪ ਦੇ ਵਿੱਚ ਏਕਾਵਾਦੀ ਸਿਧਾਂਤ ਪ੍ਰਭੂ ਸੱਤਾ ਨੂੰ ਰਾਜ ਦਾ ਜ਼ਰੂਰੀ ਲੱਛਣ ਮੰਨਦਾ ਹੈ। ਠੀਕ ਹੈ ਜੀ, ਸੰਖੇਪ ਦੇ ਵਿੱਚ ਅਸੀਂ ਸੌਖੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਏਕਾਵਾਦੀ ਸਿਧਾਂਤ ਪ੍ਰਭੂ ਸੱਤਾ ਨੂੰ ਰਾਜ ਦਾ ਜ਼ਰੂਰੀ ਲੱਛਣ ਮੰਨਦਾ ਹੈ ਅਤੇ ਪ੍ਰਭੂ ਸੱਤਾ ਨੂੰ ਅਸੀਮਤ ਅਤੇ ਅਵੰਡਵੀ ਜਾਂ ਕਾਨੂੰਨ ਨੂੰ ਨਿਸ਼ਚਿਤ ਪ੍ਰਭੂ ਦਾ ਆਦੇਸ਼ ਮੰਨਦਾ ਹੈਗਾ। ਫਿਰ ਅੱਗੇ ਆ ਗਿਆ ਜੀ ਜੌਨ ਆਸਟਿਨ। ਤਾਂ ਜੌਨ ਆਸਟਿਨ 19ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਇੱਕ ਪ੍ਰਸਿੱਧ ਕਾਨੂੰਨ ਸ਼ਾਸਤਰੀ ਹੋਏ ਨੇਗੇ, ਜੂਰਿਸਟ ਹੋਏ ਨੇਗੇ। ਤਾਂ 1932 ਦੇ ਵਿੱਚ ਲੈਕਚਰਸ ਔਨ ਜੂਰਿਸਪ੍ਰੂਡੈਂਸ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਨਾਂ ਦੀ ਉਹਨਾਂ ਦੀ ਇੱਕ ਕਿਤਾਬ ਛਪੀ ਸੀ, ਇੱਕ ਬੁੱਕ ਛਪੀ ਸੀ ਉਹਨਾਂ ਦੀ। ਤਾਂ ਇਸ ਕਿਤਾਬ ਦੇ ਵਿੱਚ ਆਸਟਨ ਨੂੰ ਕਾਨੂੰਨੀ ਪ੍ਰਭੂ ਸੱਤਾ ਦੇ ਸਿਧਾਂਤ ਦੀ ਸਪਸ਼ਟ ਵਿਆਖਿਆ ਕੀਤੀ, ਤਾਂ ਜਿਸ ਨੂੰ ਕਾਨੂੰਨੀ ਪੱਖ ਤੋਂ ਸਰਵਸ਼੍ਰੇਸ਼ਠ ਮੰਨਿਆ ਜਾਂਦਾ ਹੈਗਾ। ਤਾਂ ਆਸਟਿਨ ਦੇ ਵਿਚਾਰਾਂ 'ਤੇ ਇੰਗਲੈਂਡ ਦੇ ਪ੍ਰਸਿੱਧ ਵਿਦਵਾਨ ਹੌਬਜ਼ ਬੈਂਥਮ ਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਸੀਗਾ। ਤਾਂ ਹੌਬਜ਼ ਨੇ ਆਪਣੀ ਪੁਸਤਕ ਲੈਵਿਅੰਥਮ, ਠੀਕ ਹੈ ਜੀ, ਦੇ ਵਿੱਚ ਨਿਰੰਕੁਸ਼ ਪ੍ਰਭੂ ਦਾ ਵਰਣਨ ਕੀਤਾ ਅਤੇ ਬੈਂਥਮ ਨੇ ਕਾਨੂੰਨ ਅਤੇ ਨੈਤਿਕਤਾ, ਲਾਅ ਐਂਡ ਮੋਰੈਲਿਟੀ ਦੇ ਜਿਹੜੇ ਸਪਸ਼ਟ ਭੇਦ ਸੀ ਉਹਨਾਂ ਨੂੰ ਦਰਸਾਇਆ ਸੀਗਾ। ਤਾਂ ਆਸਟਿਨ ਦੇ ਪ੍ਰਭੂ ਸੱਤਾ ਦੇ ਸਿਧਾਂਤ 'ਤੇ ਇਹਨਾਂ ਵਿਚਾਰਾਂ ਦਾ ਪ੍ਰਭਾਵ ਸਪਸ਼ਟ ਪ੍ਰਤੀਤ ਹੁੰਦਾ ਹੈ। ਤਾਂ ਆਸਟਿਨ ਦਾ ਪ੍ਰਭੂ ਸੱਤਾ ਦਾ ਸਿਧਾਂਤ ਵੀ ਉਸ ਦੁਆਰਾ ਕਾਨੂੰਨ ਦੀ ਪਰਿਭਾਸ਼ਾ 'ਤੇ ਹੀ ਆਧਾਰਿਤ ਹੈ। ਆਸਟਿਨ ਦੇ ਅਨੁਸਾਰ ਸਰਵਸ਼੍ਰੇਸ਼ਠ ਦੁਆਰਾ ਆਪਣੇ ਤੋਂ ਨੀਵਿਆਂ ਨੂੰ ਦਿੱਤਾ ਆਦੇਸ਼ ਹੀ ਕਾਨੂੰਨ ਹੈਗਾ। ਉਹ ਕੀ ਕਹਿੰਦੇ ਆ, ਆਸਟਿਨ ਕੀ ਕਹਿੰਦੇ ਆ ਕਿ ਸਰਵਸ਼੍ਰੇਸ਼ਠ ਦੁਆਰਾ ਆਪਣੇ ਤੋਂ ਨੀਵਿਆਂ ਨੂੰ ਦਿੱਤਾ ਆਦੇਸ਼ ਹੀ ਕਾਨੂੰਨ ਹੈਗਾ। ਠੀਕ ਹੈ ਜੀ, ਕਿ ਇੱਕ ਬੰਦਾ ਜਿਹੜਾ ਸਰਵਸ਼੍ਰੇਸ਼ਠ ਹੈਗਾ, ਜਿਹਦੇ ਕੋਲ ਸਾਰੀਆਂ ਸ਼ਕਤੀਆਂ ਨੇ, ਜਿਹੜਾ ਉਹਨੇ ਆਦੇਸ਼ ਦਿੱਤਾ ਉਹੀ ਕਾਨੂੰਨ ਹੁੰਦਾ। ਆਸਟਿਨ ਇਹ ਕਹਿੰਦੇ ਆ। ਪ੍ਰਭੂ ਕੌਣ ਹੈ, ਹੂ ਇਜ਼ ਸੋਵਰਨ। ਫਿਰ ਅਸੀਂ ਇਹ ਜਾਣਦੇ ਹਾਂ ਵੀ ਕੌਣ ਹੈ ਸੋਵਰਨ ਹੈ ਜਿਹੜਾ, ਹੈ ਨਾ। ਤਾਂ ਕਾਨੂੰਨ ਦੀ ਇਸੇ ਧਾਰਨਾ ਨੂੰ ਹੀ ਆਸਟਿਨ ਨੇ ਪ੍ਰਭੂ ਸੱਤਾ ਦੇ ਸਿਧਾਂਤ ਨੂੰ ਵਿਕਸਿਤ ਕੀਤਾ ਅਤੇ ਪ੍ਰਭੂ ਸੱਤਾ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਆਸਟਿਨ ਨੇ ਕਿਹਾ ਹੈ ਕਿ ਜੇਕਰ ਇੱਕ ਨਿਸ਼ਚਿਤ ਸਰਵਉੱਚ ਵਿਅਕਤੀ ਜੋ ਆਪਣੇ ਜਿਹੇ ਕਿਸੇ ਹੋਰ ਸਰਵਉੱਚ ਵਿਅਕਤੀ ਦੀ ਆਗਿਆ ਦਾ ਪਾਲਣ ਨਾ ਕਰਦਾ ਹੋਵੇ ਅਤੇ ਜਿਸ ਦੀ ਆਗਿਆ ਦਾ ਪਾਲਣ ਸਮਾਜ ਦਾ ਇੱਕ ਵੱਡਾ ਭਾਗ ਸੁਭਾਵਿਕ ਹੀ ਕਰਦਾ ਹੋਵੇ, ਤਾਂ ਉਹ ਨਿਸ਼ਚਿਤ ਸਰਵਉੱਚ ਵਿਅਕਤੀ ਉਹ ਸਮਾਜ ਵਿੱਚ ਪ੍ਰਭੂ ਹੈ ਅਤੇ ਉਹ ਸਮਾਜ, ਠੀਕ ਹੈ, ਸਰਵਉੱਚ ਵਿਅਕਤੀ ਦੇ ਸਮੇਤ ਰਾਜਨੀਤਿਕ ਅਤੇ ਸੁਤੰਤਰ ਸਮਾਜ ਹੈ। ਠੀਕ ਹੈ, ਤਾਂ ਇਸ ਸਿਧਾਂਤ ਦੀ ਵਿਆਖਿਆ ਨੂੰ ਹੋਰ ਵੀ ਸਪਸ਼ਟ ਜਾਂ ਸੌਖਿਆਂ ਕਰਦਿਆਂ ਹੋਇਆਂ ਆਸਟਿਨ ਨੇ ਕਿਹਾ ਹੈ ਕਿ ਉਸ ਨਿਸ਼ਚਿਤ ਸਰਵਉੱਚ ਵਿਅਕਤੀ ਅਤੇ ਸਮਾਜ ਦੇ ਦੂਸਰੇ ਵਿਅਕਤੀ ਨਿਰਭਰ ਹੁੰਦੇ ਨੇ ਅਤੇ ਉਸ ਸਰਵਉੱਚ ਵਿਅਕਤੀ ਪ੍ਰਤੀ ਦੂਸਰੇ ਵਿਅਕਤੀਆਂ ਦੀ ਸਥਿਤੀ ਅਧੀਨਤਾ ਜਾਂ ਨਿਰਭਰਤਾ ਵਾਲੀ ਹੁੰਦੀ ਹੈ।
ਤਾਂ ਹਰੇਕ ਪ੍ਰਕਾਰ ਦੇ ਕਾਨੂੰਨ ਦਾ ਨਿਰਮਾਣ ਇਸ ਨਿਸ਼ਚਿਤ ਪ੍ਰਭੂ ਦੇ ਦੁਆਰਾ ਕੀਤਾ ਜਾਂਦਾ ਹੈ ਅਤੇ ਸਮਾਜ ਦੇ ਦੂਸਰੇ ਮੈਂਬਰ ਨਿਸ਼ਚਿਤ ਪ੍ਰਭੂ ਦੀ ਆਗਿਆ ਦਾ ਪਾਲਣ ਜ਼ਰੂਰ ਕਰਦੇ ਨੇ। ਤਾਂ ਆਸਟਿਨ ਦਾ ਕਥਨ ਹੈ ਕਿ ਹਰੇਕ ਪ੍ਰਕਾਰ ਦਾ ਕਾਨੂੰਨ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ ਪ੍ਰਭੂ ਸੱਤਾਧਾਰੀ ਵਿਅਕਤੀ ਜਾਂ ਸੰਸਥਾ ਦੇ ਦੁਆਰਾ ਹੀ ਸੁਤੰਤਰ ਰਾਜਨੀਤਿਕ ਸਮਾਜ ਦੇ ਕਿਸੇ ਮੈਂਬਰ ਜਾਂ ਗਰੁੱਪ ਦੇ ਉੱਪਰ ਲਾਗੂ ਕਰਨ ਲਈ ਬਣਾਇਆ ਜਾਂਦਾ। ਤਾਂ ਉਸ ਸਮਾਜ ਦੇ ਵਿੱਚ ਉਹੀ ਵਿਅਕਤੀ ਜਾਂ ਸੰਸਥਾ ਸਰਵਉੱਚ ਹੁੰਦੀ ਹੈ। ਤਾਂ ਸੰਖੇਪ ਦੇ ਵਿੱਚ ਆਸਟਿਨ ਦੇ ਅਕੋਰਡਿੰਗ ਹਰੇਕ ਸੁਤੰਤਰ ਰਾਜਨੀਤਿਕ ਸਮਾਜ ਵਿੱਚ ਅਜਿਹਾ ਕੋਈ ਵਿਅਕਤੀ ਜਾਂ ਵਿਅਕਤੀਆਂ ਦੀ ਸੰਸਥਾ ਹੁੰਦੀ ਹੈ ਜਿਸ ਨੂੰ ਅੰਤਿਮ ਰੂਪ ਦੇ ਵਿੱਚ ਸਰਵਉੱਚ ਸ਼ਕਤੀ ਪ੍ਰਾਪਤ ਹੁੰਦੀ ਹੈ, ਜਿਸ ਦੀ ਆਗਿਆ ਦਾ ਪਾਲਣ ਸਮਾਜ ਦੇ ਕਾਫੀ ਜ਼ਿਆਦਾ ਲੋਕ ਸੁਭਾਵਿਕ ਤੌਰ 'ਤੇ ਹੀ ਕਰਦੇ ਨੇ। ਤਾਂ ਅਜਿਹਾ ਸਰਵਉੱਚ ਵਿਅਕਤੀ ਜਾਂ ਸੰਸਥਾ ਕਿਸੇ ਦੂਸਰੇ ਵਿਅਕਤੀ ਜਾਂ ਸੰਸਥਾ ਦੀ ਆਗਿਆ ਦਾ ਪਾਲਣ ਨਹੀਂ ਕਰਦੇ। ਤਾਂ ਇਸ ਦੇ ਆਦੇਸ਼ ਨੂੰ ਹੀ ਸਮਾਜ ਦੇ ਵਿੱਚ ਜਿਹੜੇ ਆ ਕਾਨੂੰਨ ਦੇ ਰੂਪ ਵਿੱਚ ਲਾਗੂ ਹੁੰਦੇ ਨੇ। ਤਾਂ ਪ੍ਰਭੂ ਸੱਤਾ ਦੇ ਇਸ ਸਿਧਾਂਤ ਨੂੰ ਹੀ ਏਕਾਵਾਦੀ ਸਿਧਾਂਤ ਕਿਹਾ ਜਾਂਦਾ ਜਾਂ ਮੋਨਿਸਟਿਕ ਥਿਊਰੀ ਜਾਂ ਫਿਰ ਕਾਨੂੰਨੀ ਸਿਧਾਂਤ ਲੀਗਲ ਥਿਊਰੀ ਕਿਹਾ ਜਾਂਦਾ। ਤਾਂ ਇਸ ਸਿਧਾਂਤ ਦਾ ਭਾਵ ਇਹ ਹੈ ਕਿ ਪ੍ਰਭੂ ਸੱਤਾ ਕੇਵਲ ਰਾਜ ਕੋਲ ਹੁੰਦੀ ਹੈ, ਇਸ ਨੂੰ ਵੰਡਿਆ ਨਹੀਂ ਜਾ ਸਕਦਾ। ਤਾਂ ਰਾਜ ਦੀ ਪ੍ਰਭੂ ਸੱਤਾ ਦੀ ਵਰਤੋਂ ਸਰਵਸ਼੍ਰੇਸ਼ਟ ਵਿਅਕਤੀ ਜਾਂ ਸੰਸਥਾ ਦੇ ਦੁਆਰਾ ਕੀਤੀ ਜਾਂਦੀ ਹੈ। ਤਾਂ ਅਜਿਹਾ ਵਿਅਕਤੀ ਜਾਂ ਸੰਸਥਾ ਸਰਵਉੱਚ ਹੁੰਦੀ ਹੈ ਅਤੇ ਲੋਕ ਉਸ ਦੀ ਆਗਿਆ ਦਾ ਪਾਲਣ ਸੁਭਾਵਿਕ ਤੌਰ 'ਤੇ ਕਰਦੇ ਨੇ। ਕੋਈ ਵੀ ਦੂਸਰੀ ਸ਼ਕਤੀ ਇਸ ਤੋਂ ਸ਼੍ਰੇਸ਼ਟ ਨਹੀਂ ਹੋ ਸਕਦੀ। ਤਾਂ ਇਸ ਨੂੰ ਅਸੀਂ ਕਹਿ ਦਿੰਦੇ ਹਾਂਗੇ ਕਿ ਪ੍ਰਭੂ ਸੱਤਾ ਦਾ ਏਕਾਵਾਦੀ ਸਿਧਾਂਤ, ਠੀਕ ਹੈ ਜੀ। ਜਾਂ ਆਸਟਿਨ ਨੇ ਜੋ ਵੀ ਪ੍ਰਭੂ ਸੱਤਾ ਦੇ ਬਾਰੇ ਆਪਣਾ ਸਿਧਾਂਤ ਦਿੱਤਾ ਉਹਦੇ ਬਾਰੇ ਅਸੀਂ ਪੜ੍ਹਿਆ ਕਿ ਉਹਨਾਂ ਨੇ ਪ੍ਰਭੂ ਸੱਤਾ ਦੇ ਬਾਰੇ ਕੀ ਆਪਣੇ ਵਿਚਾਰ ਪੇਸ਼ ਕੀਤੇ ਨੇ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਸੋ ਥੈਂਕ ਯੂ।